ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਰਚਨਾ ਬਚਿੱਤਰ ਨਾਟਕ ਵਿੱਚ ਆਪ ਜੀ ਆਪਣੇ ਪਿਛਲੇ ਜਨਮ ਬਾਰੇ ਵਰਣਨ ਕਰਦੇ ਨੇ। ਆਪ ਜੀ ਨੇ ਇਸ ਜਾਮੇ ਵਿੱਚ ਆਉਣ ਤੋਂ ਪਹਿਲਾਂ ਹੇਮਕੁੰਟ ਪਰਬਤ ਤੇ ਇੱਕ ਸਰੋਵਰ ਦੇ ਕਿਨਾਰੇ ਬਹੁਤ ਭਾਰੀ ਤਪੱਸਿਆ ਸਾਧੀ, ਜੋ ਕਿ 7 ਚੋਟੀਆਂ ਦੇ ਵਿਚਕਾਰ ਸਥਿਤ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਸਿੱਖ ਧਰਮ ਵਿੱਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਜਿਸ ਪਰਬਤ ਤੇ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ, ਇਸ ਅਸਥਾਨ ਨੂੰ ਇੱਥੇ ਦੇ ਲੋਕ ਪਹਿਲਾਂ ਲੋਕਪਾਲ ਦੇ ਨਾਮ ਨਾਲ ਜਾਣਦੇ ਸਨ। ਇਸ ਨੂੰ ਲੈ ਕੇ ਬਹੁਤ ਸਾਰੀਆਂ ਧਾਰਨਾਵਾਂ ਸੁਣਨ ਨੂੰ ਮਿਲਦੀਆਂ ਨੇ। ਕੁਝ ਇਸ ਨੂੰ ਸੱਚ ਮੰਨਦੇ ਨੇ, ਕੁਝ ਨਹੀਂ। ਕਿਹਾ ਜਾਂਦਾ ਹੈ ਕਿ ਇਸ ਅਸਥਾਨ ਤੇ ਲਕਸ਼ਮਣ ਨੇ ਵੀ ਤਪੱਸਿਆ ਕੀਤੀ ਸੀ। ਇਸ ਪ੍ਰਸਿੱਧ ਕਹਾਣੀ ਵਿੱਚ ਲੋਕ ਇਹ ਵੀ ਕਹਿੰਦੇ ਨੇ, ਜਦੋਂ ਲਕਸ਼ਮਣ ਰਾਵਣ ਦੇ ਪੁੱਤਰ ਨਾਲ ਜੰਗ ਕਰਦਾ ਜਾਨਲੇਵਾ ਜ਼ਖਮੀ ਹੋ ਗਿਆ ਤਾਂ ਉਸ ਨੂੰ ਪਹਿਲਾਂ ਇਸ ਅਸਥਾਨ ਤੇ ਲੈ ਕੇ ਆਂਦਾ ਗਿਆ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਕਹਾਣੀਆਂ ਪ੍ਰਚਲਿਤ ਨੇ, ਪਰ ਇਹਨਾਂ ਦੇ ਸੱਚ ਬਾਰੇ ਕੋਈ ਨਹੀਂ ਜਾਣਦਾ। ਗੁਰਦੁਆਰਾ ਹੇਮਕੁੰਟ ਸਾਹਿਬ 4632 ਮੀਟਰ ਦੀ ਉਚਾਈ ਤੇ ਸਥਿਤ ਹੈ। ਇਸ ਨੂੰ 7 ਉੱਚੀਆਂ ਚੋਟੀਆਂ ਨੇ ਘੇਰ ਰੱਖਿਆ ਹੈ ਅਤੇ ਇਹਨਾਂ ਸਭ ਪਰਬਤਾਂ ਉੱਪਰ 7 ਨਿਸ਼ਾਨ ਸਾਹਿਬ ਸੁਸ਼ੋਭਿਤ ਹਨ, ਜੋ ਕਿ ਹਰ ਸਮੇਂ ਝੂਲਦੇ ਨੇ। ਇੱਕ ਅਜਿਹਾ ਸਮਾਂ ਵੀ ਸੀ ਜਦੋਂ ਕੋਈ ਇਸ ਅਸਥਾਨ ਤੇ ਆਉਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਇਸ ਪਾਵਨ ਪਵਿੱਤਰ ਅਸਥਾਨ ਦੀ ਖੋਜ 1933 ਵਿੱਚ ਸ਼ੁਰੂ ਹੋਈ, ਪਰ ਉਸ ਸਮੇਂ ਕੋਸ਼ਿਸ਼ ਪੂਰੀ ਤਰ੍ਹਾਂ ਅਸਫਲ ਰਹੀ। ਦੁਬਾਰਾ ਫਿਰ 1934 ਵਿੱਚ ਸੰਤ ਮੋਹਨ ਸਿੰਘ ਜੀ ਨੇ ਕੋਸ਼ਿਸ਼ ਕਰ ਇਸ ਅਸਥਾਨ ਦੀ ਖੋਜ ਕਰ ਲਈ। ਉਹਨਾਂ ਨੇ ਇਹ ਖੋਜ ਦਸਮ ਗ੍ਰੰਥ ਵਿੱਚ ਦੱਸੀਆਂ ਗਈਆਂ ਨਿਸ਼ਾਨੀਆਂ ਤੇ ਆਧਾਰਿਤ ਕੀਤੀ। ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਹੋਏ ਬਹੁਤ ਹੀ ਸੋਹਣੇ ਦ੍ਰਿਸ਼ ਦਿਖਾਈ ਦਿੰਦੇ ਨੇ। ਤੁਸੀਂ ਆਪਣੇ ਆਪ ਨੂੰ ਕੁਦਰਤ ਦੇ ਬੜੇ ਹੀ ਕਰੀਬ ਮਹਿਸੂਸ ਕਰੋਗੇ। ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਕਾਰ ਜਾਂ ਮੋਟਰਸਾਈਕਲ ਤੇ ਜੋਸ਼ੀਮਠ ਤੋਂ ਹੁੰਦੇ ਹੋਏ ਗੋਬਿੰਦ ਘਾਟ ਤੱਕ ਜਾਇਆ ਜਾ ਸਕਦਾ। ਇਸ ਤੋਂ ਅੱਗੇ ਦਾ 19 ਕਿਲੋਮੀਟਰ ਰਾਸਤਾ ਪੈਦਲ ਤੈਅ ਕਰਨਾ ਪੈਂਦਾ ਹੈ। ਇਹ ਰਾਸਤਾ ਥੋੜਾ ਕਠਿਨ ਤੇ ਥਕਾ ਦੇਣ ਵਾਲਾ ਹੈ। ਬਜ਼ੁਰਗ ਅਤੇ ਬੱਚਿਆਂ ਲਈ ਗੋਬਿੰਦ ਘਾਟ ਤੋਂ ਬੜੇ ਸਹਾਇਕ ਆਸਾਨੀ ਨਾਲ ਮਿਲ ਜਾਂਦੇ ਨੇ। ਰਾਸਤਾ ਜਿੰਨਾ ਵੀ ਕਠਿਨ ਤੇ ਮੁਸ਼ਕਲ ਹੋਵੇ, ਸੰਗਤ ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਜਾਪ ਕਰਦੀ ਹੋਈ ਫਤਿਹ ਕਰ ਲੈਂਦੀ ਹੈ। ਹੇਮਕੁੰਟ ਸਾਹਿਬ ਪਹੁੰਚ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਰੀ ਥਕਾਨ ਗਾਇਬ ਹੋ ਗਈ ਹੋਵੇ। ਇਸ ਅਸਥਾਨ ਦੇ ਅਲੌਕਿਕ ਦਰਸ਼ਨ ਕਰ ਅੰਤਰਾਤਮਾ ਵਾਹਿਗੁਰੂ ਦੇ ਪ੍ਰੇਮ ਨਾਲ ਭਿੱਜ ਜਾਂਦੀ ਹੈ। ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਜਿਵੇਂ ਉਸ ਅਕਾਲ ਪੁਰਖ ਦੇ ਪ੍ਰੇਮ ਵਸ ਹੋ ਗਏ ਹੋਵੋ। ਜਿਵੇਂ ਗੁਰੂ ਸਾਹਿਬ ਬਰਫ਼ ਦੀ ਚਾਦਰ ਵਿਛਾ ਆਪ ਖੁਦ ਉਸ ਉੱਪਰ ਵਿਰਾਜਮਾਨ ਹੋਣ। ਸ਼ਾਇਦ ਸ਼ਬਦਾਂ ਵਿੱਚ ਇਹ ਸਭ ਕੁਝ ਬਿਆਨ ਕਰਨਾ ਸੰਭਵ ਨਹੀਂ। ਪਿਛਲੇ ਜਾਮੇ ਵਿੱਚ ਗੁਰੂ ਸਾਹਿਬ ਕਿਵੇਂ ਪਰਮਾਤਮਾ ਨਾਲ ਇੱਕਮਿਕ ਹੋ ਗਏ ਸਨ, ਇਹ ਅਹਿਸਾਸ ਤਾਂ ਸਿਰਫ ਇਸ ਅਸਥਾਨ ਤੇ ਪਹੁੰਚ ਕੇ ਪ੍ਰੇਮ ਵਿੱਚ ਭਿੱਜ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਅਸਥਾਨ ਦਾ ਸਰੋਵਰ ਵੀ ਕਿਸੇ ਰਹੱਸੇ ਤੋਂ ਘੱਟ ਨਹੀਂ ਦਿਖਾਈ ਦਿੰਦਾ। ਇਸ ਦੇ ਬਰਫ਼ ਵਰਗੇ ਠੰਡੇ ਜਲ ਵਿੱਚ ਇਸ਼ਨਾਨ ਕਰ ਸੰਗਤਾਂ ਆਪਣੇ ਆਪ ਨੂੰ ਸੁਭਾਗੇ ਸਮਝਦੀਆਂ ਨੇ। ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਸੰਗਤਾਂ ਨੂੰ ਗੋਬਿੰਦ ਘਾਟ ਤੇ ਵਾਪਸ ਆਉਣਾ ਜ਼ਰੂਰੀ ਹੁੰਦਾ ਹੈ। ਇਹ ਯਾਤਰਾ ਤਕਰੀਬਨ ਮਈ ਜਾਂ ਜੂਨ ਮਹੀਨੇ ਵਿੱਚ ਸਿਰਫ ਕੁਝ ਸਮੇਂ ਲਈ ਹੀ ਸ਼ੁਰੂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਰਾ ਸਾਲ ਭਾਰੀ ਬਰਫ਼ਬਾਰੀ ਕਾਰਨ ਬੰਦ ਰੱਖਿਆ ਜਾਂਦਾ ਹੈ। ਗੋਬਿੰਦ ਘਾਟ ਤੱਕ ਪਹੁੰਚਣ ਲਈ ਦਿੱਲੀ ਤੋਂ ਤਕਰੀਬਨ ਕੁਝ 500 ਕਿਲੋਮੀਟਰ, ਅੰਮ੍ਰਿਤਸਰ ਤੋਂ 700 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 480 ਕਿਲੋਮੀਟਰ, ਹੁਸ਼ਿਆਰਪੁਰ ਤੋਂ ਵੀ ਤਕਰੀਬਨ 600 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਹ ਰਾਸਤਾ ਬਹੁਤ ਹੀ ਟੇਢੀਆਂ ਮੇਢੀਆਂ ਪਹਾੜੀਆਂ ਤੋਂ ਹੁੰਦਾ ਹੋਣ ਕਾਰਨ ਤਿੱਖੇ ਮੋੜਾਂ ਵਾਲਾ ਹੈ। ਹਮੇਸ਼ਾ ਤਜਰਬੇਕਾਰ ਵਾਹਨ ਚਾਲਕਾਂ ਨੂੰ ਹੀ ਵਾਹਨ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਦ ਵੀ ਸਮਾਂ ਮਿਲੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਸ ਤਪ ਸਥਾਨ ਦੇ ਦਰਸ਼ਨ ਕਰਨ ਜ਼ਰੂਰ ਜਾਓ। ਆਪ ਜੀ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।